ਸ਼ੇਰ ਸ਼ਾਹ ਸੂਰੀ, ਜਿਸ ਦਾ ਅਸਲੀ ਨਾਮ ਫਰੀਦ ਸੀ, ਹੁਸ਼ਿਆਰਪੁਰ ਪੰਜਾਬ ਬਜਵਾੜਾ ਨਾਂ ਦੇ ਕਸਬੇ ਵਿੱਚ ਪੈਦਾ ਹੋਇਆ। ਆਓ ਉਸ ਬਾਰੇ ਜਾਣੀਏ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੀ ਵਾਰੀ ਆਪਣੇ ਇੱਕ ਇਤਿਹਾਸਕਾਰ ਦੋਸਤ ਕੋਲੋਂ, ਜੋ ਇੱਕ ਪੱਕਾ ਹਿੰਦੂ ਹੈ, ਪੁੱਛਿਆ ਕਿ ਜੇ ਤੈਨੂੰ ਹਿੰਦੁਸਤਾਨ ਦੇ ਗੁਜ਼ਰ ਚੁੱਕੇ 2 ਬਾਦਸ਼ਾਹਾਂ ਮਹਾਰਾਜਿਆਂ ਚੋਂ ਸਭ ਤੋਂ ਸ੍ਰੇਸ਼ਟ ਬਾਦਸ਼ਾਹ ਬਾਰੇ ਪੁੱਛਿਆ ਜਾਵੇ ਤਾਂ ਤੂੰ ਕਿਸ ਦਾ ਨਾਮ ਲਵੇਂਗਾ। ਮੇਰਾ ਅਨੁਮਾਨ ਸੀ ਕਿ ਉਹ ਚੰਦਰਗੁਪਤ ਜਾਂ ਸਮਰਾਟ ਅਸ਼ੋਕ ਦਾ ਨਾਮ ਲਵੇਗਾ, ਪਰ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ, ਭਰੀ ਹੈਰਾਨੀ ਹੋਈ ਜਦੋਂ ਉਸ ਨੇ ਬਿਨਾਂ ਕਿਸੇ ਝਿਜਕ ਅਤੇ ਸੋਚ ਵਿਚਾਰ ਕਰਦਿਆਂ ਆਖਿਆ, ਸ਼ੇਰ ਸ਼ਾਹ ਸੂਰੀ। ਸ਼ੇਰ ਸ਼ਾਹ ਸੂਰੀ ਬਾਰੇ ਇੱਕ ਵਿਖਿਆਤ ਇਤਿਹਾਸਕਾਰ ਦਾ ਕਹਿਣਾ ਹੈ, ਸਾਨੂੰ ਇਤਿਹਾਸ 'ਚ ਦੂਸਰਾ ਕੋਈ ਐਸਾ ਵਿਅਕਤੀ ਨਹੀਂ ਮਿਲਦਾ ਜੋ ਆਪਣੇ ਆਰੰਭਕ ਦਿਨਾਂ 'ਚ ਸੈਨਿਕ ਰਹੇ ਬਿਨਾਂ ਇੱਕ ਹਕੂਮਤ ਦੀ ਨੀਂਹ ਰੱਖਣ 'ਚ ਸਫਲ ਰਿਹਾ ਹੋਵੇ ਅਤੇ ਦਿੱਲੀ ਦੇ ਸਿੰਘਾਸਨ ਤੇ ਸਿਰਫ 5 ਸਾਲ ਤੱਕ ਬੈਠੇ ਰਹਿਣ ਦੇ ਦੌਰਾਨ ਐਸੇ ਮਹੱਤਵਪੂਰਨ ਕੰਮ ਕਰ ਗਿਆ ਹੋਵੇ ਜਿਨ੍ਹਾਂ ਨੂੰ ਸੋਨੇ ਦੇ ਅੱਖਰਾਂ 'ਚ ਲਿਖਿਆ ਜਾਣਾ ਚਾਹੀਦਾ ਹੈ। ਇਤਿਹਾਸ ਅਤੇ ਸਮੇਂ ਦੇ ਸੰਦਰਭ 'ਚ ਸ਼ੇਰ ਸ਼ਾਹ ਸੂਰੀ ਅਕਬਰ ਦੇ ਬਾਪ ਹਮਾਯੂੰ ਦਾ ਸਮਕਾਲੀ ਸੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵੀ। ਸ਼ੇਰ ਸ਼ਾਹ ਸੂਰੀ ਸੰਨ 1472 'ਚ ਪੈਦਾ ਹੋਇਆ। ਸੰਨ 1540 'ਚ ਦਿੱਲੀ ਦੇ ਤਖ਼ਤ ਤੇ ਬੈਠ ਕੇ ਹਿੰਦੁਸਤਾਨ ਦੀ ਹਕੂਮਤ ਸੰਭਾਲੀ ਅਤੇ ਸੰਨ 1514 'ਚ ਇਸ ਸੰਸਾਰ ਤੋਂ ਤੁਰ ਗਿਆ। ਸ਼ੇਰ ਸ਼ਾਹ ਸੂਰੀ, ਜਿਸ ਦਾ ਅਸਲੀ ਨਾਮ ਸੀ ਫਰੀਦ, ਹੁਸ਼ਿਆਰਪੁਰ ਪੰਜਾਬ 'ਚ ਬਜਵਾੜਾ ਨਾਂ ਦੇ ਕਸਬੇ ਵਿੱਚ ਪੈਦਾ ਹੋਇਆ, ਜਿਸ ਦੇ ਬਾਪ ਹਸਨ ਖਾਨ ਦੀਆਂ 4 ਬੀਵੀਆਂ ਸਨ। ਫਰੀਦ ਉਸ ਦੀ ਪਹਿਲੀ ਬੀਵੀ ਦੀ ਕੁੱਖੋਂ ਪੈਦਾ ਹੋਇਆ। ਹਸਨ ਖਾਨ ਬਜਵਾੜਾ ਦੇ ਜਗੀਰਦਾਰ ਦੇ ਕੋਲ ਨੌਕਰੀ ਕਰਦਾ ਸੀ। ਜਿਸ ਸਮੇਂ ਹਸਨ ਖਾਨ ਨੂੰ ਬਿਹਾਰ 'ਚ ਸਹਿਸਰਾਮ ਦੇ ਖੇਤਰ ਵਿੱਚ ਛੋਟੀ ਜਿਹੀ ਜਗੀਰ ਪ੍ਰਾਪਤ ਹੋ ਗਈ ਤਾਂ ਫਰੀਦ ਸ਼ੇਰ ਸ਼ਾਹ ਵੀ ਆਪਣੇ ਬਾਪ ਦੇ ਨਾਲ ਸਹਿਸਰਾਮ ਆ ਗਿਆ। ਕੁਝ ਵੱਡਾ ਹੋਣ ਤੇ ਆਪਣੀ ਮਤਰੇਈ ਮਾਂ ਦੀ ਈਰਖਾ ਕਾਰਨ ਆਪਣੇ ਬਾਪ ਦੇ ਨਾਲ ਫਰੀਦ ਦੀ ਅਣਬਣ ਹੋ ਗਈ। ਮੁੱਢਲੀ ਕਸ਼ਮਕਸ਼ ਅਤੇ ਆਪਣੇ ਬਾਪ ਦੇ ਨਾਲ ਸੁਲ੍ਹਾ ਹੋ ਜਾਣ ਤੋਂ ਬਾਅਦ ਉਸਨੇ ਆਪਣੇ ਬਾਪ ਦੀ ਜਗੀਰ ਦੇ ਪਰਗਣੇ 'ਚੋਂ ਇੱਕ ਟੁਕੜਾ ਹਾਸਲ ਕਰ ਲਿਆ, ਇਸ ਸ਼ਰਤ ਤੇ ਕਿ ਉਸ ਦਾ ਬੰਦੋਬਸਤ ਕਰਨ ਵਿੱਚ ਉਸ ਨੂੰ ਪੂਰੀ ਖੁੱਲ੍ਹ ਹੋਵੇਗੀ, ਬਿਨਾਂ ਕਿਸੇ ਦੀ ਦਖਲ ਅੰਦਾਜ਼ੀ ਦੇ। ਉਸ ਦੇ ਇਸ ਪਰਗਣੇ ਦੇ ਚਾਰੇ ਪਾਸੇ ਘਣੇ ਜੰਗਲ ਸਨ। ਇਸ ਜੰਗਲ 'ਚ ਚੋਰ, ਡਾਕੂ ਅਤੇ ਪਰਜਾ ਨੂੰ ਸਤਾਉਣ ਵਾਲੇ ਵਿਰੋਧੀ ਜ਼ਿਮੀਂਦਾਰ ਸ਼ਰਨ ਪ੍ਰਾਪਤ ਕਰਦੇ ਸਨ। ਇਹ ਕਿਸੇ ਕਿਸਮ ਦਾ ਨਿਯਮ ਕਾਨੂੰਨ ਨਹੀਂ ਸੀ ਮੰਨਦੇ। ਦਿੱਲੀ ਦੇ ਲੋਧੀ ਬਾਦਸ਼ਾਹ ਦੀ ਹਕੂਮਤ ਕਮਜ਼ੋਰ ਹੋ ਚੁੱਕੀ ਸੀ। ਸਾਰੇ ਭਾਰਤ 'ਚ ਅਸ਼ਾਂਤੀ ਅਤੇ ਅਰਾਜਕਤਾ ਪਸਰੀ ਹੋਈ ਸੀ। ਜਗੀਰਦਾਰਾਂ ਦੁਆਰਾ ਕਿਸਾਨਾਂ ਉੱਤੇ ਅਤਿਆਚਾਰ ਹੁੰਦੇ ਸਨ। ਉਹਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਉਪਜ ਚੁੱਕ ਕੇ ਲੈ ਜਾਂਦੇ ਸਨ। ਚਾਰੇ ਪਾਸੇ ਰਿਸ਼ਵਤਖੋਰੀ ਸੀ। ਕਿਸਾਨਾਂ ਲਈ ਆਪਣੀਆਂ ਇਸਤਰੀਆਂ ਦੀ ਇੱਜ਼ਤ ਦੀ ਰੱਖਿਆ ਕਰਨਾ ਮੁਸ਼ਕਲ ਹੋ ਗਿਆ ਸੀ। ਮੁਕੱਦਮ ਅਤੇ ਪਟਵਾਰੀ ਤਰ੍ਹਾਂ ਤਰ੍ਹਾਂ ਦੇ ਕਰਾਂ ਦੇ ਨਾਂ ਤੇ ਕਿਸਾਨਾਂ ਤੋਂ ਰਕਮ ਵਸੂਲ ਕਰਦੇ ਸਨ, ਜੋ ਇਹਨਾਂ ਜ਼ਿਮੀਂਦਾਰਾਂ, ਸੈਨਿਕਾਂ, ਪਟਵਾਰੀਆਂ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਜਾਂਦੇ। ਉਹ ਪਿੰਡ ਛੱਡ ਕੇ ਜੰਗਲਾਂ 'ਚ ਜਾ ਲੁਕਦੇ ਅਤੇ ਲੁਟੇਰੇ ਬਣ ਜਾਂਦੇ। ਇਹੀ ਕੁਝ ਵੇਖ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਫਰੀਦ ਨੇ ਇਹ ਸਭ ਕੁਝ ਵੇਖਿਆ, ਸਮਝਿਆ ਅਤੇ ਮਨ ਵਿੱਚ ਧਾਰ ਲਿਆ ਕਿ ਉਹ ਇਸ ਬਦ ਇੰਤਜ਼ਾਮੀ, ਭ੍ਰਿਸ਼ਟਾਚਾਰ, ਜ਼ੁਲਮ ਅਤੇ ਰਿਸ਼ਵਤਖੋਰੀ ਦਾ ਖਾਤਮਾ ਕਰੇਗਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਪਰਗਣੇ ਦੇ ਸੰਚਾਲਨ ਅਤੇ ਜ਼ਿੰਮੇਵਾਰੀ ਨੇ ਉਸ ਨੂੰ ਉਹ ਪਾਠ ਪੜ੍ਹਾਏ ਜਿਨ੍ਹਾਂ ਦਾ ਵਿਸਤਾਰ ਉਸਨੇ ਹਿੰਦੁਸਤਾਨ ਦੀ ਬਾਦਸ਼ਾਹਤ ਹਾਸਲ ਕਰਨ ਤੋਂ ਬਾਅਦ ਬੇਹੱਦ ਕਾਮਯਾਬੀ ਨਾਲ ਕੀਤਾ। ਫਰੀਦ ਨੇ ਆਪਣੇ ਕਰਮਚਾਰੀਆਂ ਨੂੰ ਬੁਲਾ ਕੇ ਆਖਿਆ, ਮੈਂ ਇਹ ਜਾਣਦਾ ਹਾਂ ਕਿ ਲਗਾਨ ਵਸੂਲ ਕਰਨ ਸਮੇਂ ਤੁਸੀਂ ਕਿਸਾਨਾਂ ਨਾਲ ਕਿੰਨਾ ਕਠੋਰ ਵਿਹਾਰ ਕਰਦੇ ਹੋ। ਹੁਣ ਮੈਂ ਹਰ ਤਰ੍ਹਾਂ ਦੇ ਕਰ ਨਿਸ਼ਚਿਤ ਕਰ ਦਿੱਤੇ ਹਨ। ਜੇ ਲਗਾਨ ਵਸੂਲ ਕਰਦਿਆਂ ਨਿਰਧਾਰਤ ਦਰ ਤੋਂ ਜ਼ਿਆਦਾ ਵਸੂਲ ਕਰੋਗੇ ਤਾਂ ਸਜ਼ਾ ਦੇ ਭਾਗੀ ਹੋਵੋਗੇ। ਕਿਸਾਨਾਂ ਨੂੰ ਬੁਲਾ ਕੇ ਉਸਨੇ ਆਖਿਆ, ਜੋ ਵੀ ਕੋਈ ਤੁਹਾਨੂੰ ਤੰਗ ਕਰੇ
ਤਾਂ ਸਿੱਧਾ ਮੇਰੇ ਕੋਲ ਆ ਕੇ ਦੱਸੋ। ਤੁਹਾਡੇ ਉੱਤੇ ਅਤਿਆਚਾਰ ਕਰਨ ਵਾਲੇ ਨੂੰ ਮੈਂ ਕਦੀ ਮੁਆਫ ਨਹੀਂ ਕਰਾਂਗਾ। ਆਪਣੇ ਇਸ ਪਰਗਨੇ ਦੇ ਬਿਹਤਰ ਇੰਤਜ਼ਾਮ ਅਤੇ ਕਾਮਯਾਬੀ ਕਾਰਨ ਫਰੀਦ ਨੂੰ ਮੁੜ ਆਪਣੀ ਮਤਰੇਈ ਮਾਂ ਦੀ ਈਰਖਾ ਦਾ ਸ਼ਿਕਾਰ ਹੋਣਾ ਪਿਆ। ਉਹ ਇਸ ਪਰਗਨੇ ਨੂੰ ਛੱਡ ਕੇ ਬਿਹਾਰ ਦੇ ਸੂਬੇਦਾਰ ਬਹਰ ਖਾਨ ਦੀ ਮੁਲਾਜ਼ਮਤ 'ਚ ਚਲਾ ਗਿਆ। ਉਸ ਦੌਰਾਨ ਇੱਕ ਵਾਰੀ ਸ਼ਿਕਾਰ ਖੇਡਦਿਆਂ ਫਰੀਦ ਨੇ ਇਕੱਲਿਆਂ ਇੱਕ ਸ਼ੇਰ ਦਾ ਮੁਕਾਬਲਾ ਕਰਕੇ ਉਸ ਨੂੰ ਮਾਰ ਮੁਕਾਇਆ। ਸੂਬੇਦਾਰ ਬਹਰ ਖਾਨ ਨੇ ਪ੍ਰਸੰਨ ਹੋ ਕੇ ਉਸ ਨੂੰ ਸ਼ੇਰ ਖਾਨ ਦੀ ਉਪਾਧੀ ਪ੍ਰਦਾਨ ਕਰ ਦਿੱਤੀ। ਉਸ ਦਿਨ ਤੋਂ ਬਾਅਦ ਉਹ ਸ਼ੇਰ ਖਾਨ ਕਰਕੇ ਜਾਣਿਆ ਜਾਣ ਲੱਗਾ। ਦੁਨੀਆ 'ਚ ਆਮ ਕਰਕੇ ਇਸ ਤਰ੍ਹਾਂ ਹੁੰਦਾ ਆਇਆ ਹੈ ਕਿ ਪਹਿਲੇ ਦਰਜੇ ਦੇ ਗੁਣਾਂ ਵਾਲੇ ਵਿਅਕਤੀ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਵਿਅਕਤੀ ਸਹਿਣ ਨਹੀਂ ਕਰ ਸਕਦੇ। ਇਸ ਤਰ੍ਹਾਂ ਉਸ ਵਿਅਕਤੀ ਦੇ ਗੁਣ ਉਸ ਦੇ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ। ਪਰ ਜੇ ਕਿਸਮਤ ਸਾਥ ਦੇਵੇ ਅਤੇ ਬੰਦਾ ਜੀਵਨ ਦੇ ਰਸਤਿਆਂ 'ਚ ਆਏ ਮੌਕਿਆਂ ਦਾ ਲਾਭ ਉਠਾਉਣ 'ਚ ਕਾਮਯਾਬ ਹੋ ਜਾਵੇ ਤਾਂ ਸਫਲਤਾਵਾਂ ਹਾਸਲ ਕਰਨ 'ਚ ਵੀ ਕਾਮਯਾਬ ਹੋ ਜਾਂਦਾ ਹੈ। ਸੂਬੇਦਾਰ ਬਹਰ ਖਾਨ ਦੇ ਅਹੁਦੇਦਾਰਾਂ ਦੀਆਂ ਕਮੀਨਗੀਆਂ ਤੇ ਈਰਖਾ ਤੋਂ ਤੰਗ ਆ ਕੇ ਸ਼ੇਰ ਖਾਨ ਨੇ ਬਹਰ ਖਾਨ ਦੀ ਨੌਕਰੀ ਛੱਡ ਦਿੱਤੀ। ਉਨੀ ਦਿਨੀ ਹੀ ਬਾਬਰ ਦਿੱਲੀ ਦੇ ਬਾਦਸ਼ਾਹ ਇਬਰਾਹਿਮ ਲੋਧੀ ਨੂੰ ਸੰਨ 1526 'ਚ ਪਾਣੀਪਤ ਦੇ ਮੈਦਾਨ 'ਚ ਹਾਰ ਦੇ ਕੇ ਅਤੇ ਫਿਰ ਦਿੱਲੀ ਦੇ ਆਲੇ ਦੁਆਲੇ ਦੇ ਖੇਤਰ ਦੇ ਰਾਜਿਆਂ ਸ਼ਾਸਕਾਂ ਨੂੰ ਹਰਾ ਕੇ ਦਿੱਲੀ ਦਾ ਬਾਦਸ਼ਾਹ ਬਣ ਗਿਆ ਹੋਇਆ ਸੀ। ਸ਼ੇਰ ਖਾਨ ਬਾਬਰ ਦੀ ਨੌਕਰੀ 'ਚ ਚਲਾ ਗਿਆ। ਇੱਕ ਵਾਰੀ ਬਾਬਰ ਨੇ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਣ ਦੀ ਖੁਸ਼ੀ 'ਚ ਆਪਣੇ ਮੁਗਲ ਅਤੇ ਅਫਗਾਨ ਅਹੁਦੇਦਾਰਾਂ ਨੂੰ ਦਾਵਤ 'ਤੇ ਬੁਲਾਇਆ। ਇਸ ਦਾਵਤ 'ਚ ਸ਼ੇਰ ਖਾਨ ਵੀ ਸੀ। ਉਸ ਦੀ ਚਾਲ ਢਾਲ, ਮੱਥੇ ਅਤੇ ਅੱਖਾਂ ਦੀ ਚਮਕ ਨੂੰ ਵੇਖ ਕੇ ਬਾਬਰ ਤਾੜ ਗਿਆ ਕਿ ਇਹ ਆਦਮੀ ਕਿਸੇ ਵੇਲੇ ਮੁਗਲਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਸ਼ੇਰ ਖਾਨ ਵੀ ਬਾਬਰ ਦੀਆਂ ਅੱਖਾਂ 'ਚ ਆਪਣੇ ਪ੍ਰਤੀ ਇਹ ਭਾਵਨਾ ਸਮਝ ਗਿਆ। ਉਹ ਸਮਝ ਗਿਆ ਕਿ ਹੁਣ ਉਸ ਲਈ ਇੱਥੇ ਰਹਿਣਾ ਘਾਤਕ ਸਾਬਤ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਿ ਮੁਗਲ ਸੈਨਿਕ ਸ਼ੇਰ ਖਾਨ ਨੂੰ ਬੰਦੀ ਬਣਾਉਂਦੇ, ਉਹ ਦਿੱਲੀ ਤੋਂ ਭੱਜ ਜਾਣ 'ਚ ਕਾਮਯਾਬ ਹੋ ਗਿਆ। ਬੇਯਾਰ ਉਹ ਮਦਦਗਾਰ ਜਦੋਂ ਉਹ ਕੱਲਮ ਕੱਲਾ ਮੁਗਲਾਂ ਤੋਂ ਬਚਦਾ ਭਟਕ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਪੁਰਾਣੇ ਮਾਲਕ ਬਿਹਾਰ ਦੇ ਸੂਬੇਦਾਰ ਬਹਰ ਖਾਨ ਦੀ ਮੌਤ ਹੋ ਚੁੱਕੀ ਹੈ ਤਾਂ ਉਹ ਬਿਹਾਰ ਚਲਾ ਗਿਆ। ਮ੍ਰਿਤਕ ਸੂਬੇਦਾਰ ਬਹਰ ਖਾਨ ਦੀ ਬੇਗਮ ਬਹੁਤ ਸੂਝਵਾਨ ਔਰਤ ਸੀ। ਉਹ ਸ਼ੇਰ ਖਾਨ ਦੀ ਕਾਬਲੀਅਤ ਅਤੇ ਸੁਹਿਰਦਤਾ ਨੂੰ ਸਮਝਦੀ ਸੀ। ਬੇਗਮ ਨੇ ਸ਼ੇਰ ਖਾਨ ਨੂੰ ਬੁਲਾ ਕੇ ਬਿਹਾਰ ਦੀ ਸੂਬੇਦਾਰੀ ਉਸ ਨੂੰ ਬਖਸ਼ ਦਿੱਤੀ। ਇਸ ਸੂਬੇਦਾਰੀ ਨੇ ਸ਼ੇਰ ਖਾਨ ਲਈ ਅੱਗੇ ਵਧਣ ਦਾ ਰਸਤਾ ਖੋਲ੍ਹ ਦਿੱਤਾ। ਬਿਹਾਰ ਦੇ ਕਿਲੇ ਤੋਂ ਕੁਝ ਮੀਲ ਦੂਰ ਗੰਗਾ ਦਰਿਆ ਦੇ ਕੰਢੇ ਤੇ ਖੜਾ ਚੁਨਾਰ ਦਾ ਇੱਕ ਮਜ਼ਬੂਤ ਕਿਲਾ ਸੀ। ਕਿਸੇ ਕਾਰਨ ਚੁਨਾਰ ਦੇ ਫੌਜਦਾਰ ਦੀ ਮੌਤ ਹੋ ਗਈ। ਸੁਰਗਵਾਸੀ ਫੌਜਦਾਰ ਤਾਜ ਖਾਨ ਦੀ ਬੀਬੀ ਲਾਡ ਮਲਕਾ ਨੂੰ ਇਹ ਡਰ ਸਤਾਉਣ ਲੱਗਾ ਕਿ ਔਰਤ ਨੂੰ ਵੇਖ ਕੇ ਅੰਦਰਲੇ ਅਤੇ ਬਾਹਰਲੇ ਦੁਸ਼ਮਣ ਚੁਨਾਰ ਤੇ ਕਬਜ਼ਾ ਹੀ ਨਾ ਕਰ ਲੈਣ ਅਤੇ ਉਸ ਨੂੰ ਦਰ-ਦਰ ਭਟਕਣਾ ਪੈ ਜਾਵੇ। ਆਪਣੀ ਹਿਫਾਜ਼ਤ ਦੀ ਖਾਤਰ ਉਸਨੇ ਸ਼ੇਰ ਖਾਨ ਨਾਲ ਵਿਆਹ ਕਰਾ ਲਿਆ। ਜਦੋਂ ਬੰਗਾਲ ਦੇ ਸ਼ਾਸਕ ਨੇ ਚੁਨਾਰ ਉੱਤੇ ਹਮਲਾ ਕੀਤਾ ਤਾਂ ਸ਼ੇਰ ਖਾਨ ਨੇ ਉਸ ਨੂੰ ਹਰਾ ਕੇ ਬੰਗਾਲ ਦੇ ਕਾਫੀ ਸਾਰੇ ਭਾਗ ਤੇ ਆਪਣਾ ਅਧਿਕਾਰ ਜਮਾ ਲਿਆ। ਇਸ ਦੌਰਾਨ ਮੁਗਲ ਬਾਦਸ਼ਾਹ ਬਾਬਰ ਦੀ ਮੌਤ ਹੋ ਗਈ ਅਤੇ ਉਸ ਦੀ ਥਾਵੇਂ ਉਸ ਦਾ ਪੁੱਤਰ ਹਮਾਯੂੰ ਬਾਦਸ਼ਾਹ ਬਣਿਆ। ਅਫਗਾਨ ਲੋਕ ਕਈ ਪੁਸ਼ਤਾਂ ਤੋਂ ਹਿੰਦੁਸਤਾਨ 'ਚ ਰਹਿੰਦਿਆਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਿੰਦੁਸਤਾਨੀ ਸਮਝਣ ਲੱਗ ਪਏ ਸਨ ਅਤੇ ਮੁਗਲਾਂ ਨੂੰ ਬਾਹਰੋਂ ਆਏ ਹਮਲਾਵਰ ਧਾੜਵੇਂ। ਇਸ ਵਾਸਤਵਿਕਤਾ ਦਾ ਪ੍ਰਚਾਰ ਕਰਦਿਆਂ ਸ਼ੇਰ ਖਾਨ ਨੇ ਆਪਣੇ ਝੰਡੇ ਥੱਲੇ ਬਹੁ ਗਿਣਤੀ 'ਚ ਅਫਗਾਨ ਸੈਨਿਕਾਂ ਨੂੰ ਇਕੱਠਾ ਕਰ ਲਿਆ। ਆਗਰੇ 'ਚ ਬੈਠੇ ਹਮਾਯੂੰ ਨੂੰ ਜਦ ਇਸ ਬਾਰੇ ਖਬਰਾਂ ਮਿਲੀਆਂ ਤਾਂ ਉਸ ਨੇ ਸ਼ੇਰ ਖਾਨ ਦੀ ਵੱਧਦੀ ਤਾਕਤ ਨੂੰ ਆਪਣੇ ਲਈ ਖਤਰਾ ਸਮਝਿਆ। ਉਹ ਇੱਕ ਬਹੁਤ ਵੱਡੀ ਫੌਜ ਲੈ ਕੇ ਬਿਹਾਰ ਵੱਲ ਤੁਰ ਪਿਆ। ਇਸ ਪਾਸੇ ਸ਼ੇਰ ਖਾਨ ਆਪਣੇ ਅਫਗਾਨ ਅਤੇ ਕੁਝ ਕੁ ਰਾਜਪੂਤ ਸੈਨਿਕਾਂ ਨਾਲ ਹਮਾਯੂੰ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਹਮਾਯੂੰ ਨੇ ਗੰਗਾ ਦਰਿਆ ਨੂੰ ਪਾਰ ਕਰਕੇ ਚੌਸਾ ਦੇ ਮੈਦਾਨ 'ਚ ਆਪਣੇ ਤੰਬੂ ਗੱਡ ਲਏ। ਹਮਾਯੂੰ ਦੀ ਫੌਜ ਦੀ ਗਿਣਤੀ ਤਕਰੀਬਨ 1 ਲੱਖ ਅਤੇ ਸ਼ੇਰ ਖਾਨ ਕੋਲ ਸਿਰਫ 15,000 ਸੈਨਿਕ ਸਨ। ਹਮਾਯੂੰ ਕੋਲ 700 ਛੋਟੀਆਂ ਵੱਡੀਆਂ ਤੋਪਾਂ ਵੀ ਅਤੇ 22 ਸਿਪਾਹ ਸਲਾਰ ਸਨ। ਧਿਆਨ ਦੇਣ ਦੀ ਇੱਕ ਗੱਲ ਇਹ ਕਿ ਜਦ ਹਮਾਯੂੰ ਦੀ ਫੌਜ ਨਾਲ
ਉਸ ਦੀਆਂ ਅਤੇ ਸਿਪਾਹ ਸਲਾਰਾਂ, ਫੌਜਦਾਰਾਂ ਦੀਆਂ ਬੇਗਮਾਂ, ਰਖੇਲਾਂ, ਦਾਸੀਆਂ ਆਦਿ ਵੀ ਸਨ। ਸ਼ੇਰ ਖਾਨ ਆਪਣੇ ਤੇ ਆਪਣੇ ਫੌਜਦਾਰਾਂ ਦੇ ਸਾਰੇ ਪਰਿਵਾਰਾਂ ਨੂੰ ਇੱਕ ਬਹੁਤ ਮਜ਼ਬੂਤ ਕਿਲੇ ਰੋਹਤਾਸਗੜ੍ਹ ਦੇ ਇੱਕ ਹਿੰਦੂ ਰਾਜੇ ਦੀ ਰੱਖਿਆ 'ਚ ਛੱਡ ਆਇਆ ਸੀ। ਸ਼ੇਰ ਸ਼ਾਹ ਸੂਰੀ ਦੀ ਜੀਵਨੀ ਪੜ੍ਹਦਿਆਂ ਮੈਂ ਇਹ ਵੀ ਅਨੁਮਾਨ ਲਾ ਰਿਹਾ ਹਾਂ ਕਿ ਸ਼ੇਰ ਸ਼ਾਹ ਸ਼ਾਇਦ ਪਹਿਲਾ ਮੁਸਲਮਾਨ ਹਾਕਮ ਸੀ ਜਿਸ ਨੇ ਹਿੰਦੂ ਰਾਜਪੂਤ ਰਾਜਿਆਂ ਨਾਲ ਦੋਸਤਾਨਾ ਸਬੰਧ ਕਾਇਮ ਕੀਤੇ। ਇਸ ਦੇ ਦੋ ਵੱਡੇ ਸੈਨਾਪਤੀਆਂ ਚੋਂ ਇੱਕ ਬ੍ਰਹਮਜੀਤ ਨਾਂ ਦਾ ਸੈਨਾਪਤੀ ਸੀ ਅਤੇ ਫੌਜ ਵਿੱਚ ਵੀ ਕਾਫੀ ਸਾਰੇ ਰਾਜਪੂਤ ਉਪ ਸੈਨਾਪਤੀ ਸਨ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸ਼ੇਰ ਸ਼ਾਹ ਇੱਕ ਜੇਤੂ ਸਿਪਾਹ ਸਲਾਰ ਦੀ ਬਜਾਏ ਮਾਨਸਿਕਤਾ ਦੇ ਪੱਧਰ ਤੇ ਇੱਕ ਚੋਟੀ ਦਾ ਕਾਨੂੰਨ ਸ਼ਾਸਤਰੀ ਮੁਜਮ ਸੀ। ਪਰ ਚੌਸਾ ਦੇ ਮੈਦਾਨ 'ਚ ਸ਼ੇਰ ਸ਼ਾਹ ਨੇ ਐਸੀ ਕਮਾਲ ਦੀ ਯੁੱਧ ਯੋਜਨਾ ਦਾ ਪ੍ਰਦਰਸ਼ਨ ਕੀਤਾ ਜਿਸ ਦੀ ਮਿਸਾਲ ਇਤਿਹਾਸ 'ਚ ਬਹੁਤ ਘੱਟ ਮਿਲਦੀ ਹੈ। ਅਫਗਾਨ ਅਤੇ ਰਾਜਪੂਤ ਸੈਨਿਕਾਂ ਨੇ ਮੁਗਲਿਆ ਫੌਜ ਉੱਤੇ ਐਸਾ ਜ਼ਬਰਦਸਤ ਹਮਲਾ ਕੀਤਾ ਅਤੇ ਐਸੀ ਬਹਾਦਰੀ ਨਿਡਰਤਾ ਨਾਲ ਲੜੇ ਕਿ ਉਹ ਤੈਮੂਰ ਮੰਗੋਲ ਕੌਮ ਦੇ ਸਿਪਾਹੀ, ਜਿਨ੍ਹਾਂ ਸਾਰੇ ਮੱਧ ਏਸ਼ੀਆ, ਈਰਾਨ, ਅਫਗਾਨਿਸਤਾਨ 'ਚ ਤਰਥੱਲੀ ਮਚਾ ਰੱਖੀ ਸੀ, ਅਫਗਾਨਾਂ ਰਾਜਪੂਤਾਂ ਸਾਹਮਣੇ ਪਿੱਠ ਵਿਖਾ ਕੇ ਅਤੇ ਸਿਰ ਤੇ ਪੈਰ ਰੱਖ ਕੇ ਪਿੱਛੇ ਵੱਲ ਦੌੜ ਪਏ। ਕੁਝ ਮੈਦਾਨੇ ਜੰਗ 'ਚ ਮਰੇ, ਪਰ ਅੱਧੀ ਤੋਂ ਵੱਧ ਮੁਗਲਿਆ ਫੌਜ ਗੰਗਾ ਦਰਿਆ 'ਚ ਛਾਲ ਮਾਰ ਕੇ ਆਪਣੀ ਜਾਨ ਬਚਾਉਂਦਿਆਂ ਡੁੱਬ ਮਰੀ। ਮੁਗਲਿਆ ਸਿਪਾਹ ਸਲਾਰਾਂ ਅਤੇ ਹਮਾਯੂ ਬਾਦਸ਼ਾਹ ਦਾ ਇਹ ਹਾਲ ਕਿ ਉਹਨਾਂ ਨੂੰ ਆਪਣੀਆਂ ਬੀਵੀਆਂ ਬੇਗਮਾਂ ਨੂੰ ਬਚਾਉਣ ਦੀ ਵੀ ਸੁੱਧ ਨਾ ਰਹੀ। ਫਤਿਹ ਜਾਬੀ ਤੋਂ ਬਾਅਦ ਸ਼ੇਰ ਸ਼ਾਹ ਦੀ ਸ਼ਰਾਫਤ ਇਹ ਕਿ ਉਸ ਨੇ ਇਹਨਾਂ ਸਾਰੀਆਂ ਔਰਤਾਂ ਨੂੰ ਕੁਝ ਦਿਨਾਂ ਬਾਅਦ ਮੁਗਲਾਂ ਕੋਲ ਪਹੁੰਚਾ ਦਿੱਤਾ। ਬ੍ਰਹਮਜੀਤ ਦੀ ਕਮਾਨ ਹੇਠ ਸ਼ੇਰ ਸ਼ਾਹ ਸੂਰੀ ਦੀ ਸੈਨਾ ਨੇ ਹਮਾਯੂ ਦਾ ਆਗਰੇ ਦਿੱਲੀ ਤੱਕ ਪਿੱਛਾ ਕੀਤਾ। ਸ਼ੇਰ ਸ਼ਾਹ ਦੀ ਹਮਾਇਤ ਬ੍ਰਹਮਜੀਤ ਨੂੰ ਇਹ ਸੀ ਕਿ ਭੱਜਦੇ ਜਾ ਰਹੇ ਦੁਸ਼ਮਣ ਨਾਲ ਲੜਾਈ ਕਰਕੇ ਮਾਰਨਾ ਮਰਨਾ ਨਹੀਂ, ਕੇਵਲ ਇਹਨਾਂ ਦੇ ਦਿਲਾਂ 'ਚ ਦਹਿਸ਼ਤ ਪੈਦਾ ਕਰਨੀ ਹੈ। ਨਤੀਜਾ ਇਹ ਕਿ ਹਮਾਯੂ ਆਗਰੇ ਅਤੇ ਦਿੱਲੀ ਪਹੁੰਚ ਕੇ 2-2, 4-4 ਦਿਨ ਹੀ ਰੁਕਿਆ। ਹਮਾਯੂ ਦੀ ਬਚੀ ਖੁਚੀ ਫੌਜ ਲਾਹੌਰ ਤੱਕ ਭੱਜਦੀ ਗਈ ਅਤੇ ਸ਼ੇਰ ਸ਼ਾਹ ਦੀ ਫੌਜ ਨੇ ਉਹਨਾਂ ਨੂੰ ਲਾਹੌਰ ਤੋਂ ਵੀ ਪਰੇ ਕਾਬੁਲ ਤੱਕ ਧੱਕ ਦਿੱਤਾ। ਦਰਾ ਖੈਬਰ ਤੱਕ ਪਿੱਛਾ ਕਰਦਿਆਂ ਅਤੇ ਇਸ ਤੋਂ ਬਾਅਦ ਹਿੰਦੁਸਤਾਨ ਦੇ ਬਾਕੀ ਖੇਤਰਾਂ ਨੂੰ ਆਪਣੇ ਅਧਿਕਾਰ 'ਚ ਲਿਆਉਣ ਸਮੇਂ ਵੀ ਸ਼ੇਰ ਸ਼ਾਹ ਦੀ ਇਹੋ ਨੀਤੀ ਸੀ ਕਿ ਗਰੀਬ ਸਿਪਾਹੀਆਂ ਦਾ, ਚਾਹੇ ਉਸ ਦੀ ਆਪਣੀ ਧਿਰ ਦੇ ਹੋਣ ਚਾਹੇ ਦੁਸ਼ਮਣ ਦੀ ਧਿਰ ਦੇ, ਘੱਟ ਤੋਂ ਘੱਟ ਜਾਨੀ ਨੁਕਸਾਨ ਹੋਵੇ। ਆਗਰੇ, ਦਿੱਲੀ ਅਤੇ ਫਿਰ ਲਾਹੌਰ ਤੇ ਕਬਜ਼ਾ ਕਰਨ ਤੋਂ ਬਾਅਦ ਅਗਲੇ ਕੁਝ ਵਰ੍ਹਿਆਂ 'ਚ ਸ਼ੇਰ ਸ਼ਾਹ ਦੀ ਹਕੂਮਤ ਦੀਆਂ ਸੀਮਾਵਾਂ ਬੰਗਾਲ ਤੋਂ ਲੈ ਕੇ ਪੇਸ਼ਾਵਰ ਤੱਕ ਫੈਲ ਗਈਆਂ। ਹਿੰਦੁਸਤਾਨ 'ਚ ਸੈਂਕੜੇ ਬਾਦਸ਼ਾਹ, ਸੁਲਤਾਨ, ਰਾਜੇ, ਮਹਾਰਾਜੇ ਹੋ ਗੁਜ਼ਰੇ ਹਨ। ਸ਼ੇਰ ਸ਼ਾਹ ਤੋਂ 2000 ਵਰ੍ਹੇ ਪਹਿਲਾਂ ਅਤੇ 500 ਸਾਲ ਬਾਅਦ ਵੀ ਉਹਨਾਂ ਬਾਦਸ਼ਾਹਾਂ ਨੇ 50-50 ਵਰ੍ਹੇ ਹਕੂਮਤ ਕੀਤੀ ਅਤੇ ਆਪਣੀ ਹਕੂਮਤ ਦੀਆਂ ਹੱਦਾਂ ਦਾ ਵਿਸਤਾਰ ਕੀਤਾ। ਕਈਆਂ ਨੇ ਨਵੇਂ-ਨਵੇਂ ਸ਼ਹਿਰ ਵਸਾਏ, ਆਲੀਸ਼ਾਨ ਮੰਦਰ, ਮਸਜਿਦਾਂ ਬਣਵਾਈਆਂ, ਤਾਜ ਮਹੱਲ ਬਣਵਾਏ, ਪਰ ਸ਼ੇਰ ਸ਼ਾਹ ਨੇ ਸਵਾਏ ਸਹਸਰਾਮ 'ਚ ਆਪਣੇ ਇੱਕ ਮਕਬਰੇ ਜਾਂ ਕੁਝ ਛੋਟੇ ਵੱਡੇ ਕਿਲਿਆਂ ਦੇ ਹੋਰ ਕੁਝ ਨਹੀਂ ਬਣਵਾਇਆ। ਅਲਬੱਤਾ ਦਿੱਲੀ ਦੇ ਪੁਰਾਣੇ ਕਿਲੇ ਦਾ ਪੁਨਰ ਨਿਰਮਾਣ ਜ਼ਰੂਰ ਕੀਤਾ। ਇਸ ਕਿਲੇ ਦਾ ਸ਼ੇਰ ਸ਼ਾਹ ਸੂਰੀ ਦਰਵਾਜ਼ਾ ਅਤੇ ਮਸਜਿਦ ਕਾਬਲੇ ਜ਼ਿਕਰ ਹਨ। ਇਸ ਦੇ ਕਰਮ ਹੀ ਇਸ ਲਾਸਾਨੀ ਸ਼ਖਸੀਅਤ ਦੇ ਸਾਖੀ ਹਨ। ਸ਼ੇਰ ਸ਼ਾਹ ਸੂਰੀ ਤੁਹਾਡੇ ਮੇਰੇ ਵਾਂਗ ਇੱਕ ਸਧਾਰਨ ਆਦਮੀ ਸੀ ਜਿਸ ਨੂੰ ਬਾਪ ਨੇ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ। ਰਾਜਸੀ ਪੱਧਰ ਤੇ ਉਸ ਨੇ ਜੋ ਸਫਲਤਾਵਾਂ ਹਾਸਲ ਕੀਤੀਆਂ ਉਹ ਤੇ ਕੀਤੀਆਂ ਹੀ, ਪਰ ਸਮਾਜਿਕ ਅਤੇ ਇਖਲਾਕੀ ਪੱਧਰ ਤੇ ਲੁਕਾਈ ਦੀ ਭਲਾਈ ਲਈ ਜੋ ਕੰਮ ਕਰ ਗਿਆ ਉਹ ਅਸਾਮ ਤੋਂ ਲੈ ਕੇ ਦਿੱਲੀ ਤੱਕ ਅਤੇ ਮਦਰਾਸ, ਤਾਮਿਲਨਾਡੂ ਤੋਂ ਲੈ ਕੇ ਗੁਜਰਾਤ ਤੱਕ ਨਾ ਕਿਸੇ ਹਿੰਦੂ ਰਾਜੇ ਨੇ ਕੀਤਾ ਤੇ ਨਾ ਹੀ ਮੁਸਲਮਾਨ ਬਾਦਸ਼ਾਹਾਂ ਨੇ। ਅੱਜ ਦੀ ਹਕੂਮਤ ਜੋ ਕੁਝ ਕਰ ਰਹੀ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਮੁਗਲ ਸਮਰਾਟ ਅਕਬਰ ਨੇ ਸ਼ੇਰ ਸ਼ਾਹ ਸੂਰੀ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਹੀ ਮੁਗਲ ਸਾਮਰਾਜ ਦੀ ਪੱਕੀ ਨਹੀਂ ਰੱਖੀ। ਸ਼ੇਰ ਸ਼ਾਹ ਸੂਰੀ ਇਹ ਯਕੀਨ ਰੱਖਦਾ ਸੀ ਕਿ ਕਿਸੇ ਵੀ ਹਕੂਮਤ ਦਾ ਮੁੱਖ ਕੰਮ ਪ੍ਰਜਾ ਦੀ ਭਲਾਈ ਅਤੇ ਖੁਸ਼ਹਾਲੀ ਹੈ। ਕਿਸੇ ਬਾਦਸ਼ਾਹ ਨੂੰ ਇਹ ਹੱਕ ਨਹੀਂ
ਕਿ ਉਹ ਰਿਆਇਆ ਕਿਸਾਨਾਂ ਦੀ ਮਿਹਨਤ ਦੀ ਕਮਾਈ ਆਪਣੀ ਐਸ਼ੋ ਇਸ਼ਰਤ ਜਾਂ ਸ਼ਾਨੋ ਸ਼ੌਕਤ ਵਾਸਤੇ ਖਰਚ ਕਰੇ। ਇੱਕ ਅੰਗਰੇਜ਼ ਇਤਿਹਾਸਕਾਰ ਕੀਨੇ ਨੇ ਲਿਖਿਆ ਹੈ ਕਿ ਕਿਸੇ ਵੀ ਸ਼ਾਸਨ ਨੇ, ਅੰਗਰੇਜ਼ ਸ਼ਾਸਨ ਨੇ ਵੀ ਰਾਜ ਪ੍ਰਬੰਧ 'ਚ ਐਸੀ ਪ੍ਰਤਿਭਾ ਨਹੀਂ ਵਿਖਾਈ ਜਿਸ ਤਰ੍ਹਾਂ ਦੀ ਇਸ ਅਫਗਾਨ ਬਾਦਸ਼ਾਹ ਨੇ ਵਿਖਾਈ ਹੈ। ਸ਼ੇਰ ਸ਼ਾਹ ਦਾ ਕਹਿਣਾ ਸੀ, ਨਿਆਂ ਹੀ ਕਿਸੇ ਰਾਜ ਦਾ ਮੁੱਖ ਆਧਾਰ ਅਤੇ ਉੱਨਤੀ ਦਾ ਮੂਲ ਹੈ। ਅਨਿਆਂ, ਵੱਢੀਖੋਰੀ, ਰਿਸ਼ਵਤਖੋਰੀ ਭਿਅੰਕਰ ਅਤੇ ਦੂਸ਼ਿਤ ਵਸਤੂਆਂ ਹਨ। ਸ਼ੇਰ ਸ਼ਾਹ ਤੋਂ ਪਹਿਲਾਂ ਹੋਏ ਹਿੰਦੂ ਰਾਜਿਆਂ, ਮੁਸਲਮਾਨ ਸੁਲਤਾਨਾਂ ਦੀ ਇਹ ਰਾਜਨੀਤੀ ਰਹੀ ਕਿ ਕਿਸਾਨਾਂ ਤੋਂ ਵੱਧ ਲਗਾਨ ਵਸੂਲ ਕਰਕੇ ਉਹਨਾਂ ਕੋਲ ਇੰਨਾ ਕੁ ਛੱਡਿਆ ਜਾਵੇ ਜਿਸ ਨਾਲ ਉਹ ਜਿਉਂਦਿਆਂ ਰਹਿ ਸਕਣ। ਚਾਣਕਿਆ ਨੇ ਆਪਣੇ ਅਰਥ ਸ਼ਾਸਤਰ 'ਚ ਇਸੇ ਤਰ੍ਹਾਂ ਦੀ ਮੱਤ ਹਿੰਦੂ ਰਾਜਿਆਂ ਨੂੰ ਦਿੱਤੀ ਹੈ। ਜੇ ਕੋਈ ਹਿੰਦੂ ਰਾਜਾ ਆਪਣੀ ਪ੍ਰਜਾ ਦੀ ਭਲਾਈ ਬਾਰੇ ਸੋਚਦਾ ਵੀ ਸੀ ਤਾਂ ਸ਼ਾਸਤਰਾਂ ਦੀ ਨੈਤਿਕਤਾ ਅਨੁਸਾਰ ਭਲਾਈ ਵਾਲੀ ਛਤਰੀ ਦੀ ਛਾਂ ਹੇਠਾਂ ਉੱਪਰਲੇ 3 ਵਰਗ ਹੀ ਆਉਂਦੇ ਸਨ, ਬ੍ਰਾਹਮਣ, ਛਤਰੀ ਅਤੇ ਵੈਸ਼। ਨੀਵੀਆਂ ਜਾਤਾਂ ਸ਼ੂਦਰਾਂ ਦੀ ਗਿਣਤੀ 'ਚ ਕਿਸਾਨ ਵੀ ਸ਼ਾਮਲ ਸਨ, ਜਾਨੀ ਕਿ ਲੋਕਾਈ ਦਾ 3/4 ਭਾਗ ਕਿਸੇ ਰਾਜ ਦੀ ਪ੍ਰਜਾ ਵਾਸਤੇ ਭਲਾਈ ਦੀਆਂ ਨੀਤੀਆਂ ਤੋਂ ਵਾਂਝਿਆ ਹੀ ਰਹਿੰਦਾ ਸੀ। ਈਸ਼ਵਰ ਦੀ ਆਗਿਆ ਜਾਂ ਖੁਦਾਈ ਅਸੂਲਾਂ ਦੇ ਸੰਦਰਭ 'ਚ ਵੀ ਹਰ ਸ਼ਾਸਕ ਆਪਣੀ ਆਪਣੀ ਹੀ ਵਿਆਖਿਆ ਕਰਦਾ ਆਇਆ ਹੈ। ਸ਼ੇਰ ਸ਼ਾਹ ਸੂਰੀ ਦਾ ਮੰਨਣਾ ਸੀ ਕਿ ਖੁਦਾ ਨੇ ਉਸ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਇਸ ਲਈ ਬਣਾਇਆ ਹੈ ਕਿ ਉਹ ਖੁਦਾਈ ਅਸੂਲਾਂ 'ਤੇ ਚੱਲਦਿਆਂ ਹਕੂਮਤ ਕਰੇ। ਉਸ ਦੇ ਲਈ ਹਿੰਦੁਸਤਾਨ ਦਾ ਬਾਦਸ਼ਾਹ ਹੋਣਾ ਸਿਰਫ ਜ਼ਿੰਮੇਵਾਰੀ ਦਾ ਹੀ ਨਹੀਂ ਬਲਕਿ ਇੱਕ ਪਵਿੱਤਰ ਕਰਮ ਸੀ। ਉਹ ਕਹਿੰਦਾ ਸੀ ਕਿ ਮੇਰੇ ਲਈ ਨਮਾਜ਼ ਪੜ੍ਹਨਾ ਓਨਾ ਹੀ ਪਾਕ ਕਰਮ ਹੈ ਜਿੰਨਾ ਪ੍ਰਜਾ ਦੀ ਖੁਸ਼ਹਾਲੀ ਦਾ ਖਿਆਲ ਰੱਖਣਾ। ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਜੀਵਨੀ ਮੁਗਲ ਬਾਦਸ਼ਾਹ ਅਕਬਰ ਨੇ ਅਬਾਸ ਸਰਵਾਨੀ ਤੋਂ ਲਿਖਵਾਈ ਸੀ। ਸ਼ੇਰ ਸ਼ਾਹ ਆਪਣੇ ਜੀਵਨ ਕਾਲ 'ਚ ਮੁਗਲਾਂ ਦਾ ਸਭ ਤੋਂ ਵੱਡਾ ਦੁਸ਼ਮਣ ਰਿਹਾ ਹੈ, ਪਰ ਅਕਬਰ ਦੀ ਖੂਬੀ ਇਹ ਕਿ ਉਸ ਨੇ ਆਪਣੇ ਦੁਸ਼ਮਣ ਸ਼ੇਰ ਸ਼ਾਹ ਦੇ ਵਿਚਾਰਾਂ ਤੇ ਨੀਤੀਆਂ ਦੀ ਕਦਰ ਕੀਤੀ। ਇੱਕ ਇਤਿਹਾਸਕਾਰ ਲਿਖਦਾ ਹੈ, ਕਿਸੇ ਸੈਨਾ ਦਾ ਸੈਨਾਪਤੀ ਜਾਂ ਆਮ ਸੈਨਿਕ ਬਾਦਸ਼ਾਹ ਦੇ ਖਜ਼ਾਨਿਆਂ ਨੂੰ ਨਹੀਂ ਭਰਦਾ ਅਤੇ ਨਾ ਅੰਨ ਦੇ ਭੰਡਾਰਾਂ ਨੂੰ, ਪਰ ਇਹ ਭੰਡਾਰ ਤਾਂ ਹੀ ਭਰ ਸਕਦਾ ਹੈ ਜੇ ਪ੍ਰਜਾ ਦਾ ਹਰ ਬਸ਼ਿੰਦਾ, ਖਾਸ ਕਰਕੇ ਕਿਸਾਨ, ਬਿਨਾਂ ਕਿਸੇ ਡਰ ਅਤੇ ਸਖਤੀ ਦੇ ਆਪਣਾ ਕੰਮ ਕਰਦਾ ਰਹੇ। ਅਧਿਕਾਰੀਆਂ ਮੁਕੱਦਮਾਂ ਦੁਆਰਾ ਵਧੀਕੀਆਂ ਸਹੇ ਬਿਨਾਂ ਕਿਸਾਨਾਂ ਦੇ ਨਾਲ ਮਜ਼ਦੂਰ ਮਕਾਨ ਉਸਾਰਦੇ ਰਹਿਣ, ਕਾਰੀਗਰ, ਜੁਲਾਹੇ, ਘੁਮਿਆਰ, ਤਰਖਾਣ ਖੁਸ਼ਹਾਲੀ 'ਚ ਜਿਉਂਦਿਆਂ ਆਪਣੇ ਆਪਣੇ ਕੰਮ ਕਰਦੇ ਰਹਿਣ। ਚਰਵਾਹੇ ਬਿਨਾਂ ਕਿਸੇ ਚੋਰੀ ਦੇ ਡਰ ਤੋਂ ਆਪਣੇ ਡੰਗਰਾਂ ਨੂੰ ਚਰਾਗਾਹਾਂ ਤੇ ਚਾਰਦੇ ਰਹਿਣ। ਆਦਮੀ ਹੈਰਾਨ ਰਹਿ ਜਾਂਦਾ ਹੈ ਕਿ ਸਿਰਫ 5 ਸਾਲ ਦੀ ਹਕੂਮਤ ਦੇ ਅੰਤਰਾਲ 'ਚ ਸ਼ੇਰ ਸ਼ਾਹ ਕੀ ਕੰਮ ਕਰ ਗਿਆ। ਉਸ ਨੇ ਸਭ ਤੋਂ ਪਹਿਲਾਂ ਬੰਗਾਲ ਤੋਂ ਗੁਜਰਾਤ ਅਤੇ ਪੰਜਾਬ ਤੋਂ ਮੱਧ ਪ੍ਰਦੇਸ਼ ਤੱਕ ਸਾਰੀ ਉਪਜਾਊ ਜ਼ਮੀਨ ਦੀ ਪੈਮਾਇਸ਼ ਹੀ ਨਹੀਂ ਕਰਵਾਈ ਬਲਕਿ ਉਸ ਨੂੰ 3 ਹਿੱਸਿਆਂ 'ਚ ਵੰਡਿਆ, ਬਹੁਤ ਉਪਜਾਊ, ਦਰਮਿਆਨੀ ਉਪਜਾਊ ਅਤੇ ਘੱਟ ਉਪਜਾਊ। ਲਗਾਨ ਵੀ ਉਸੇ ਹਿਸਾਬ ਨਾਲ ਮੁਕਰਰ ਕੀਤੇ। ਸਾਡੇ 'ਚੋਂ ਬਹੁਤਿਆਂ ਨੇ ਸ਼ੇਰ ਸ਼ਾਹ ਸੂਰੀ ਸੜਕ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ। ਇਸ ਨੂੰ ਜਰਨੈਲੀ ਸੜਕ ਵੀ ਕਹਿੰਦੇ ਹਨ। ਇਹ ਸੜਕ ਪੇਸ਼ਾਵਰ ਤੋਂ ਲੈ ਕੇ ਕਲਕੱਤੇ ਤੱਕ ਹੈ। ਇਸ ਨੂੰ ਸਭ ਤੋਂ ਪਹਿਲਾਂ ਸਮਰਾਟ ਅਸ਼ੋਕ ਨੇ ਬਣਵਾਇਆ ਸੀ। ਉਦੋਂ ਤੋਂ ਲੈ ਕੇ 15ਵੀਂ ਸਦੀ ਤੱਕ ਤਕਰੀਬਨ 1700 ਵਰ੍ਹਿਆਂ ਤੱਕ ਕਿਸੇ ਬਾਦਸ਼ਾਹ ਨੇ ਇਸ ਸੜਕ ਦੀ ਖਬਰਸਾਰ ਨਹੀਂ ਲਈ। ਸ਼ੇਰ ਸ਼ਾਹ ਨੇ ਮੁੜ ਇਸ ਸੜਕ ਨੂੰ ਬਣਵਾਇਆ ਅਤੇ ਇਸ ਦੇ ਨਾਲ ਹੀ ਹੋਰ ਬਹੁਤ ਸੜਕਾਂ, ਆਗਰਾ ਤੋਂ ਬਰਹਾਨਪੁਰ, ਆਗਰਾ ਤੋਂ ਜੋਧਪੁਰ, ਲਾਹੌਰ ਤੋਂ ਮੁਲਤਾਨ। ਸੜਕ ਦੇ ਦੋਵੇਂ ਪਾਸੇ ਸ਼ਾਨਦਾਰ ਰੁੱਖ ਲਗਵਾਏ। ਸਿਰਫ ਇਹੀ ਨਹੀਂ, ਹਰ 8 ਕਿਲੋਮੀਟਰ ਦੇ ਵਕਫੇ ਤੇ ਸਰਾਵਾਂ ਬਣਾਈਆਂ ਗਈਆਂ ਜਿਨ੍ਹਾਂ 'ਚ ਹਿੰਦੂਆਂ ਅਤੇ ਮੁਸਲਮਾਨਾਂ ਲਈ ਵੱਖਰੇ ਵੱਖਰੇ ਭਾਗ ਹੁੰਦੇ ਸਨ। ਮੁਸਾਫਰਾਂ ਲਈ ਭੋਜਨ ਦਾ ਪ੍ਰਬੰਧ ਕਰਵਾਇਆ। ਉਸ ਦਾ ਵਿਸ਼ਵਾਸ ਸੀ ਕਿ ਇਹ ਸਰਾਵਾਂ ਆਮ ਯਾਤਰੀਆਂ, ਤਜਾਰਤੀ ਕਾਫਲਿਆਂ ਦੇ ਰਹਿਣ ਵਿਸ਼ਰਾਮ ਦਾ ਸਥਾਨ ਹੀ ਨਾ ਹੋਣ ਬਲਕਿ ਹਰ ਯਾਤਰੀ ਡਾਕੂਆਂ, ਲੁਟੇਰਿਆਂ ਤੋਂ ਵੀ ਸੁਰੱਖਿਅਤ ਹੋ ਕੇ ਸੁੱਖ ਆਰਾਮ ਦੀ ਨੀਂਦ ਸੌਂ ਸਕੇ। ਮੈਂ ਆਪਣੀਆਂ ਸਾਈਕਲ ਯਾਤਰਾਵਾਂ ਦੌਰਾਨ ਇਹਨਾਂ 'ਚੋਂ ਕੁਝ ਸਰਾਵਾਂ ਵਿੱਚ ਰਾਤਾਂ ਗੁਜ਼ਾਰੀਆਂ ਅਤੇ ਇਹਨਾਂ ਦੇ ਲਾਗੇ ਖੂਹਾਂ ਦਾ ਪਾਣੀ ਪੀਂਦਾ ਰਿਹਾ ਹਾਂ।
ਮੁਸਾਫਰਾਂ ਦੀ ਸੁਰੱਖਿਆ ਅਤੇ ਹੋਰ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਇਹ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਉਸ ਖੇਤਰ ਦੇ ਸਰਕਾਰੀ ਅਹੁਦੇਦਾਰ, ਥਾਣੇਦਾਰ ਕਿਸੇ ਵੀ ਡਾਕੇ, ਚੋਰੀ ਚਕਾਰੀ ਤੋਂ ਮੁਸਾਫਰਾਂ ਦੀ ਸੁਰੱਖਿਆ ਦੇ ਜ਼ਿੰਮੇਵਾਰ ਰਹਿਣਗੇ ਅਤੇ ਜਿਸ ਖੇਤਰ ਵਿੱਚ ਕੋਈ ਦੁਰਘਟਨਾ ਹੋਵੇਗੀ ਉੱਥੋਂ ਦਾ ਥਾਣੇਦਾਰ ਉਸ ਦਾ ਜ਼ਿੰਮੇਵਾਰ ਹੀ ਨਹੀਂ ਬਲਕਿ ਸਜ਼ਾ ਦਾ ਭਾਗੀ ਵੀ ਹੋਵੇਗਾ। ਉਸ ਦੇ ਰਾਜ ਵਿੱਚ ਲੋਕਾਂ ਨੇ ਆਪਣੇ ਘਰਾਂ ਨੂੰ ਜੰਦਰੇ ਲਾਉਣੇ ਬੰਦ ਕਰ ਦਿੱਤੇ ਸਨ। ਇਸ ਸੰਦਰਭ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇੱਕ ਔਰਤ ਇੱਕਦਮ ਇਕੱਲੀ ਆਪਣੇ ਸਿਰ ਤੇ ਗਹਿਣਿਆਂ ਦੀ ਭਰੀ ਟੋਕਰੀ ਚੁੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਚਲੀ ਜਾਵੇ ਤਾਂ ਉਸ ਨੂੰ ਕੋਈ ਹੱਥ ਲਾਉਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਇਹਨਾਂ ਸੜਕਾਂ ਸਰਾਵਾਂ ਦੇ ਨਿਰਮਾਣ ਦਾ ਨਤੀਜਾ ਇਹ ਹੋਇਆ ਕਿ ਕਈ ਥਾਂ ਇਹਨਾਂ ਦੇ ਦੁਆਲੇ ਬਾਜ਼ਾਰ ਅਤੇ ਫਿਰ ਸ਼ਹਿਰ ਵਸ ਗਏ। ਸ਼ੇਰ ਸ਼ਾਹ ਸੂਰੀ ਚਾਹੇ ਅਮਲੀ ਤੌਰ ਤੇ ਪੱਕਾ ਮੁਸਲਮਾਨ ਸੀ, ਪਰ ਇਸ ਨੇ ਮਜ਼ਹਬ ਅਤੇ ਰਾਜਨੀਤੀ ਨੂੰ ਵੱਖ-ਵੱਖ ਰੱਖਿਆ। ਉਸ ਦੇ ਰਾਜ 'ਚ ਨਾ ਹਿੰਦੂਆਂ ਉੱਤੇ ਕੋਈ ਜ਼ਿਆਦਤੀਆਂ ਹੋਈਆਂ ਤੇ ਨਾ ਹੀ ਮੰਦਰਾਂ ਨੂੰ ਤਲਵਾਇਆ ਗਿਆ। ਉਹਦੀ ਫੌਜ ਚਾਹੇ ਬਹੁਤ ਕਰਕੇ ਮੁਸਲਮਾਨ ਸੈਨਾਪਤੀ ਹੁੰਦੇ ਸਨ, ਪਰ ਨਾਗਰਿਕਤਾ ਸੰਬੰਧੀ ਅਹੁਦਿਆਂ ਤੇ ਹਿੰਦੂ ਅਧਿਕਾਰੀਆਂ, ਮੰਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਇਸਲਾਮ ਦੇ ਮਜ਼ਹਬ ਦੇ ਨਾਂ ਤੇ ਅਨੇਕਾਂ ਤਰ੍ਹਾਂ ਦੇ ਭ੍ਰਿਸ਼ਟਾਚਾਰ ਚੱਲਦੇ ਆ ਰਹੇ ਸਨ। ਪਹਿਲੇ ਸੁਲਤਾਨਾਂ ਦੇ ਸਮਿਆਂ ਤੋਂ ਕੁਝ ਇਮਾਮਾਂ, ਮੌਲਵੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਬਹੁਤ ਸਾਰੀ ਐਸੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੋਇਆ ਸੀ ਜੋ ਉਹਨਾਂ ਦੀ ਸੰਪਤੀ ਨਹੀਂ ਸੀ। ਸ਼ੇਰ ਸ਼ਾਹ ਨੇ ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਮਸਜਿਦਾਂ ਨੂੰ ਨਾ ਧਨ ਦਿੱਤਾ ਨਾ ਜ਼ਗੀਰਾਂ। ਉਸ ਦੀ ਥਾਵੇਂ ਮੁਨਸ਼ੀਆਂ ਦੀ ਨਿਯੁਕਤੀ ਕਰਕੇ ਉਹਨਾਂ ਨੂੰ ਮਸਜਿਦਾਂ ਨਾਲ ਸੰਬੰਧਿਤ ਵਿਵਸਥਾ ਦਾ ਪ੍ਰਬੰਧ ਕਰ ਦਿੱਤਾ। ਉਸ ਨੇ ਰਾਜਕੋਸ਼ ਚੋਂ ਅਨਾਥਾਂ, ਲੰਗੜਿਆਂ, ਲੂਲਿਆਂ, ਵਿਧਵਾਵਾਂ, ਰੋਗੀਆਂ, ਅੰਨ੍ਹਿਆਂ, ਦੁਰਲੱਭਾਂ, ਬੁੱਢਿਆਂ ਲਈ ਮਾਇਕ ਸਹਾਇਤਾ ਦਾ ਪ੍ਰਬੰਧ ਕੀਤਾ। ਅੱਜ ਦੀ ਭਾਸ਼ਾ 'ਚ ਕਿਹਾ ਜਾ ਸਕਦਾ ਹੈ ਕਿ ਸ਼ੇਰ ਸ਼ਾਹ ਸੂਰੀ ਦਾ ਰਾਜ ਇੱਕ ਵੈਲਫੇਅਰ ਸਟੇਟ ਸੀ। ਉਸ ਸਮੇਂ ਹੋ ਗੁਜਰੇ ਪ੍ਰਸਿੱਧ ਸੂਫੀ ਕਵੀ ਮਲਕ ਮੁਹੰਮਦ ਜੈਸੀ ਨੇ ਸ਼ੇਰ ਸ਼ਾਹ ਸੂਰੀ ਬਾਰੇ ਲਿਖਿਆ ਹੈ, ਤੁਮ ਜਗਤ ਕੇ ਬਾਦਸ਼ਾਹ, ਜਗ ਤੁਮਹਾਰਾ ਮੁਹਤਾਜ। ਇਸੇ ਤਰ੍ਹਾਂ ਸ਼ੇਰ ਸ਼ਾਹ ਨੂੰ ਦਿੱਲੀ 'ਚ ਜਦ ਇੱਕ ਬੁੱਢੀ ਔਰਤ ਨੇ ਵੇਖਿਆ ਤਾਂ ਸੁੱਤੇ ਸਿੱਧ ਹੀ ਉਹਦੇ ਮੂੰਹ ਨਿਕਲਿਆ, ਆਖਰ ਦਿੱਲੀ ਕੋ ਆਪਣਾ ਸ਼ੌਹਰ ਮਿਲ ਗਿਆ। ਇਸ ਸੰਦਰਭ ਵਿੱਚ ਸਮਰਾਟ ਅਸ਼ੋਕ ਅਤੇ ਮੁਗਲ ਸ਼ਹਿਨਸ਼ਾਹ ਅਕਬਰ ਦਾ ਨਾਮ ਵੀ ਲਿਆ ਜਾ ਸਕਦਾ ਹੈ। ਅਸ਼ੋਕ ਦਾ ਜ਼ਿਆਦਾ ਧਿਆਨ ਰਿਆਇਆ ਨੂੰ ਨੈਤਿਕਤਾ ਅਤੇ ਆਚਾਰ ਵੱਲ ਪ੍ਰੇਰਿਤ ਕਰਨਾ ਸੀ। ਸ਼ਿਲਾ ਲੇਖਾਂ ਉੱਤੇ ਉਪਦੇਸ਼ ਸਨ, ਨੇਮ ਸਨ, ਪਰ ਕਾਨੂੰਨ ਵਿਧਾਨ ਉਸ ਨੇ ਬਹੁਤੇ ਨਹੀਂ ਸਨ ਬਣਾਏ। ਇਹਨਾਂ ਉਪਦੇਸ਼ਾਂ ਦੁਆਰਾ ਕਿਸਾਨਾਂ, ਸ਼ੂਦਰਾਂ ਨੂੰ ਕਿੰਨਾ ਕੁ ਲਾਭ ਹਾਸਲ ਹੋਇਆ ਹੋਵੇਗਾ। ਅਸ਼ੋਕ ਅਤੇ ਅਕਬਰ ਦੋਵੇਂ ਬਾਦਸ਼ਾਹ ਦੇ ਪੁੱਤਰ ਸਨ। ਉਹਨਾਂ ਨੂੰ ਸਭ ਕੁਝ ਵਿਰਾਸਤ ਵਿੱਚ ਮਿਲ ਗਿਆ। ਹੋਰ ਵੀ ਕਈ ਹੋਣਗੇ ਇਸ ਧਰਤੀ ਉੱਤੇ, ਸਿਕੰਦਰ, ਚੰਗੇਜ਼ ਖਾਂ, ਜੂਲੀਅਸ ਸੀਜ਼ਰ ਵਰਗੇ, ਜਿਨ੍ਹਾਂ ਨੇ ਅਨੇਕਾਂ ਲੜਾਈਆਂ 'ਚ ਜਿੱਤਾਂ ਪ੍ਰਾਪਤ ਕੀਤੀਆਂ ਜਾਂ ਅਨੇਕਾਂ ਬਾਦਸ਼ਾਹਾਂ ਨੂੰ ਹਰਾਇਆ। ਪਰ ਸ਼ੇਰ ਸ਼ਾਹ ਸੂਰੀ ਦਾ ਕਮਾਲ ਇਹ ਕਿ ਉਸ ਨੇ ਇੱਕ ਸਧਾਰਨ ਆਦਮੀ ਦੇ ਪੱਧਰ ਤੋਂ ਉੱਠ ਕੇ ਹਿੰਦੁਸਤਾਨ ਦੀ ਬਾਦਸ਼ਾਹਤ ਹਾਸਲ ਕੀਤੀ। ਉਹ ਲੁਕਾਈ ਲਈ ਸਿਰਫ 5 ਸਾਲਾਂ ਵਿੱਚ ਇੰਨੇ ਚੰਗੇ ਕੰਮ ਹੀ ਨਹੀਂ ਕਰ ਗਿਆ ਕਿ ਆਉਣ ਵਾਲੀਆਂ ਹਕੂਮਤਾਂ ਲਈ ਵੀ ਪੂਰਨੇ ਪਾ ਗਿਆ। ਇਸੇ ਲਈ ਇਤਿਹਾਸਕਾਰ ਸ਼ੇਰ ਸ਼ਾਹ ਸੂਰੀ ਨੂੰ ਹਿੰਦੁਸਤਾਨ ਦਾ ਬਿਹਤਰੀਨ ਬਾਦਸ਼ਾਹ ਮੰਨਦੇ ਹਨ। ਸਰੋਤ ਭਾਰਤੀ ਇਤਿਹਾਸ ਮਿਥਿਹਾਸ ਮਨਮੋਹਨ ਸਿੰਘ ਬਾਵਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।